ਹੈਲੋ ਨਰਸਿੰਗ ਆਫੀਸਰਸ, ਵੈਲਕਮ ਬੈਕ ਟੂ ਮਾਈ ਚੈਨਲ ਪੰਜਾਬ ਨਰਸਿੰਗ ਆਫੀਸਰਸ। ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਇੰਪੋਰਟੈਂਟ MCQs ਡਿਸਕਸ ਕਰ ਰਹੇ ਹਾਂ ਜਿਹੜੇ ਕਿ ਤੁਹਾਨੂੰ ਹਰ ਐਗਜ਼ਾਮ ਜਿਵੇਂ ਕਿ ਚਾਹੇ ਨੋਟ ਸੈਟ ਹੋਏ, ਚਾਹੇ PGI MER ਦਾ ਐਗਜ਼ਾਮ ਹੋਏ, ਚਾਹੇ GMCH 32 ਦਾ ਹੋਏ ਜਾਂ ਫਿਰ ਬਾਬਾ ਫਰੀਦਕੋਟ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦਾ ਹੋਏ। ਸੋ ਇਹ ਜਿਹੜੇ ਕੁਐਸਚਨਸ ਨੇ ਇਹ ਤੁਹਾਨੂੰ ਹਰੇਕ ਐਗਜ਼ਾਮ ਵਿੱਚ ਮਿਲਣਗੇ ਜਾਂ ਇਸ ਦੇ ਰਿਲੇਟਡ ਕੁਐਸਚਨ ਮਿਲਣਗੇ। ਸੋ ਚੱਲਦੇ ਆਪਾਂ ਫਰਸਟ ਕੁਐਸਚਨ ਦੇ ਨਾਲ। ਸੈਕੰਡਰੀ PPH ਇਜ਼ ਆਪਸ਼ਨ A hemorrhage occur within 24 hours following a birth of baby. Option B hemorrhage occur beyond 24 hours and within the puerperium. Option C bleeding occur after 28 weeks but before the onset of labor pains. Option D bleeding occur at any time during the pregnancy. Secondary PPH ਬਾਰੇ ਪੁੱਛਿਆ ਗਿਆ। PPH ਹੈ ਕਿ ਆਫਟਰ ਡਿਲੀਵਰੀ ਅਗਰ 500 ml ਤੋਂ ਜ਼ਿਆਦਾ ਬਲੱਡ ਲੋਸ ਹੋਏ। ਠੀਕ ਹੈ, PPH ਦੋ ਟਾਈਪ ਦਾ ਹੁੰਦਾ ਹੈ, ਇੱਕ ਪ੍ਰਾਇਮਰੀ PPH, ਇੱਕ ਸੈਕੰਡਰੀ। ਪ੍ਰਾਇਮਰੀ PPH ਜਿਹੜਾ ਹੁੰਦਾ ਹੈ ਕਿ ਵਿਦਿਨ 24 ਆਵਰਸ ਆਫਟਰ ਦਾ ਡਿਲੀਵਰੀ ਆਫ ਬੇਬੀ, ਅਗਰ ਪੇਸ਼ੈਂਟ ਨੂੰ ਬਲੀਡਿੰਗ ਹੋ ਰਹੀ ਹੈ ਵਿਦਿਨ 24 ਆਵਰਸ ਤੇ ਇਸ ਨੂੰ ਬੋਲਦੇ ਆਪਾਂ ਪ੍ਰਾਇਮਰੀ PPH। ਜਿਹੜਾ ਸੈਕੰਡਰੀ PPH ਹੁੰਦਾ ਹੈ ਉਹ ਕੀ ਹੁੰਦਾ ਹੈ, ਬਲੀਡਿੰਗ ਆਫਟਰ 24 ਆਵਰਸ ਟੂ ਦਾ ਪੀਰੀਅਡ ਆਫ ਪਰਪੀਰੀਅਮ, ਮਤਲਬ 24 ਆਵਰਸ ਟੂ 6 ਵੀਕਸ ਫੋਲੋਇੰਗ ਦਾ ਡਿਲੀਵਰੀ। ਇਹਨਾਂ ਵਿੱਚੋਂ ਸਾਡੀ ਕਿਹੜੀ ਆਪਸ਼ਨ ਰਾਈਟ ਹੋਈ? ਆਪਸ਼ਨ B ਹੈਮਰੇਜ ਬਿਯੋਂਡ ਦਾ 24 ਆਵਰਸ ਐਂਡ ਵਿਦਿਨ ਦਾ ਪਰਪੀਰੀਅਮ ਪੀਰੀਅਡ। ਇੱਕ ਇਸ ਚ ਹੋਰ ਕੁਐਸਚਨ ਪੁੱਛਿਆ ਜਾਂਦਾ, ਆਪਾਂ ਨੂੰ ਪਤਾ ਕਿਵੇਂ ਲੱਗੇਗਾ ਕਿ ਬਲੀਡਿੰਗ 500 ml ਤੋਂ ਜ਼ਿਆਦਾ ਹੋ ਗਈ ਹੈ? ਆਪਾਂ ਪੈਡ ਦਾ weight ਮੋਨੀਟਰ ਕਰਦੇ ਹਾਂ। 1 ਗ੍ਰਾਮ ਇਜ਼ ਇਕੁਅਲ ਟੂ 1 kg। ਅਗਰ ਪੈਡ ਦਾ ਜਿਵੇਂ ਕਿ ਪਹਿਲਾਂ ਸੀ ਪੈਡ ਪੇਸ਼ੈਂਟ ਨੂੰ ਪੈਡ ਦੇਣ ਤੋਂ ਪਹਿਲਾਂ ਆਪਾਂ weight ਮੋਨੀਟਰ ਕਰਦੇ ਹਾਂ, ਠੀਕ ਹੈ, ਤੇ ਉਸ ਤੋਂ ਬਾਅਦ ਆਪਾਂ ਮੋਨੀਟਰ ਕਰਦੇ ਹਾਂ। ਜੇ ਪੈਡ ਦਾ weight 1 ਗ੍ਰਾਮ ਇਨਕਰੀਜ਼ ਹੋਇਆ ਇਟ ਮੀਨਸ 1 ml ਬਲੱਡ ਲੋਸ ਹੋਇਆ, ਜੇ 2 ਗ੍ਰਾਮ then 2 ml। ਸੋ ਐਵੇਂ ਚੱਲਦਾ ਹੈ। ਤੇ ਨੈਕਸਟ ਇਸ ਵਿੱਚ ਇੱਕ ਹੋਰ ਇੰਪੋਰਟੈਂਟ ਕੁਐਸਚਨ ਬਣਦਾ ਹੈ, ਹੈਵੀ ਤੇ ਐਕਸੈਸਿਵ ਬਲੀਡਿੰਗ ਆਪਾਂ ਕਿਵੇਂ ਬੋਲਾਂਗੇ? ਐਕਸੈਸਿਵ ਬਲੀਡਿੰਗ ਆਪਾਂ ਉਦੋਂ ਬੋਲਾਂਗੇ ਜਦੋਂ ਆਪਾਂ ਪੇਸ਼ੈਂਟ ਨੂੰ ਪੈਡ ਦਿੱਤਾ ਤੇ ਵਿਦਿਨ 15 ਮਿੰਟ ਸੈਚੂਰੇਟ ਹੋ ਗਿਆ ਪੈਡ, ਵਿਦਿਨ 15 ਮਿੰਟ ਜੋ ਪੈਡ ਹੈ ਪੂਰਾ ਫੁੱਲ ਹੋ ਗਿਆ, ਠੀਕ ਹੈ। ਤੇ ਹੈਵੀ ਬਲੀਡਿੰਗ ਜਦੋਂ ਪੈਡ ਦਿੱਤਾ ਤੇ ਸੈਚੂਰੇਟਡ ਪੈਡ ਹੋਇਆ 1 ਘੰਟੇ ਦੇ ਵਿੱਚ। ਐਕਸੈਸਿਵ ਚ 15 ਮਿੰਟ ਚ ਪੈਡ ਫੁੱਲ ਹੋ ਗਿਆ ਤੇ ਜੋ ਹੈਵੀ ਹੈ ਉਸ ਚ ਵਿਦਿਨ 1 ਆਵਰ। ਸਿਮਿਲਰਲੀ ਆਪਾਂ ਮੋਡਰੇਟ ਯੂਜ਼ ਕਰਦੇ ਹਾਂ। ਮੋਡਰੇਟ ਤੇ ਆਪਾਂ ਪੈਡ ਦੀ ਦੇਖਦੇ ਹਾਂ ਕਿ ਕਿੰਨੇ ਸੈਂਟੀਮੀਟਰ ਤੱਕ ਸੈਚੂਰੇਟ ਹੋਇਆ। ਜੇ 15 ਸੈਂਟੀਮੀਟਰ ਇਨ 1 ਆਵਰ ਹੈ ਤਾਂ ਉਹ ਮੋਡਰੇਟ ਹੈ। ਜਿਵੇਂ ਲਾਈਟ ਲਈ <10 ਸੈਂਟੀਮੀਟਰ ਹੁੰਦਾ ਤੇ ਸਕੈਂਟ ਚ ਤਾਂ <2.5 ਸੈਂਟੀਮੀਟਰ। ਮੇਨਲੀ ਤੁਹਾਨੂੰ ਐਕਸੈਸਿਵ ਤੇ ਹੈਵੀ ਦਾ ਪੁੱਛ ਸਕਦੇ ਆ ਐਗਜ਼ਾਮੀਨਰ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਸੀਗਾ? ਹੈਮਰੇਜ ਬਿਯੋਂਡ ਦਾ 24 ਆਵਰਸ ਐਂਡ ਵਿਦਿਨ ਦਾ ਪਰਪੀਰੀਅਮ। ਜਿਹੜੀ ਸਾਡੀ A ਆਪਸ਼ਨ ਹੈ ਉਹ ਕੀ ਹੈ? ਉਹ ਪ੍ਰਾਇਮਰੀ PPH ਹੈ। ਤੇ ਜਿਹੜੀ C ਆਪਸ਼ਨ ਹੈ ਬਲੀਡਿੰਗ ਅਕਰ ਆਫਟਰ 28 ਵੀਕਸ ਬਿਫੋਰ ਦਾ ਔਨਸੈਟ ਆਫ ਲੇਬਰ ਪੇਨ। ਸੋ ਇਹ ਕੀ ਹੈ? ਇਹ ਸਾਡੀ ਆਂਦੀ ਹੈ ਐਂਟੀਪਾਰਟਮ ਹੈਮਰੇਜ, ਠੀਕ ਹੈ। ਬਲੀਡਿੰਗ ਅਕਰ ਐਟ ਐਨੀ ਟਾਈਮ ਡਿਊਰਿੰਗ ਪ੍ਰੈਗਨੈਂਸੀ, ਜਿਵੇਂ 28 ਵੀਕਸ ਤੋਂ ਪਹਿਲਾਂ ਅਗਰ ਬਲੀਡਿੰਗ ਹੋਏ ਤਾਂ ਉਸਨੂੰ ਆਪਾਂ ਅਬੋਰਸ਼ਨ ਬੋਲਦੇ ਹਾਂ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਅ ਕਲਾਇੰਟ ਬ੍ਰੌਟ ਟੂ ਦ ਐਮਰਜੈਂਸੀ ਡਿਪਾਰਟਮੈਂਟ ਸਟੇਟ that he is accidentally been taking 2 times his prescribed dose of warfarin for the past week. After noting the client has no evidence of obvious bleeding, the nurse plans to take which action? Option A prepare to administer an antidote. Option B draw a sample for type and cross match and transfuse the blood. Option C draw a sample for an activated partial thromboplastin time level. Option D draw a sample for prothrombin time and ਇੰਟਰਨੈਸ਼ਨਲ ਨੋਰਮਲਾਈਜ਼ ਰੇਸ਼ੋ। ਸੋ ਕੁਐਸਚਨ ਵਿੱਚ ਕੀ ਹੈ ਕਿ ਪੇਸ਼ੈਂਟ ਐਮਰਜੈਂਸੀ ਚ ਆਇਆ ਜਿਹੜਾ ਕਿ ਦੱਸ ਰਿਹਾ ਕਿ ਜਿਹੜਾ ਲਾਸਟ ਵੀਕ ਹੈ ਉਸਨੇ ਜੋ ਵਾਰਫਰਿਨ ਦੀ ਡੋਜ਼ ਹੈ ਉਹ 2 ਟੈਬਲੇਟ ਲਈ ਜਾ ਰਿਹਾ ਐਕਸੀਡੈਂਟਲੀ, ਠੀਕ ਹੈ। ਤੁਹਾਡੇ ਕੋਲ ਪੇਸ਼ੈਂਟ ਆਇਆ ਬਟ ਉਸਨੂੰ ਜਦੋਂ ਪੇਸ਼ੈਂਟ ਆਇਆ ਤਾਂ ਕੋਈ ਵੀ ਬਲੀਡਿੰਗ ਨਹੀਂ ਹੈ, ਕੋਈ ਸਾਈਨ ਆਫ ਬਲੀਡਿੰਗ ਨਹੀਂ ਹੈ। ਨਰਸ ਕੀ ਕਰੇਗੀ? ਸੋ ਆਪਾਂ ਨੂੰ ਪਤਾ ਹੈ ਕਿ ਵਾਰਫਰਿਨ ਕੀ ਹੈ? ਐਂਟੀਕੋਆਗੂਲੈਂਟ ਹੈ। ਸੋ ਇਸ ਨੂੰ ਆਪਾਂ ਓਰਲੀ ਦਿੰਦੇ ਆ। ਜਦੋਂ ਵੀ ਵਾਰਫਰਿਨ ਥੈਰੇਪੀ ਚੱਲਦੀ ਹੈ ਉਦੋਂ ਆਪਾਂ ਕੀ ਦੇਖਣਾ ਹੁੰਦਾ ਹੈ? ਵਾਰਫਰਿਨ ਦੇ ਲਈ ਆਪਾਂ PT ਵੈਲਿਊ ਤੇ INR ਵੈਲਿਊ ਦੇਖਦੇ ਹਾਂ, ਠੀਕ ਹੈ। ਜੋ ਵਾਰਫਰਿਨ ਦੇ ਰਿਲੇਟਡ ਨੇ PT ਤੇ INR। ਸੋ ਜਦੋਂ ਵੀ ਇਸ ਵਿੱਚ ਇੱਕ ਇੰਪੋਰਟੈਂਟ ਚੀਜ਼ ਹੈ ਕਿ ਨਾਰਮਲ PT ਤੇ INR ਦੀ ਵੈਲਿਊ ਕਿੰਨੀ ਹੁੰਦੀ ਹੈ? ਨਾਰਮਲੀ ਜੋ ਹੁੰਦੀ ਹੈ PT ਦੀ ਵੈਲਿਊ ਕਿੰਨੀ ਹੁੰਦੀ ਹੈ? 9.6 to 11.8। PT ਮੀਨਸ ਪ੍ਰੋਥਰੋਮਬਿਨ ਟਾਈਮ, ਠੀਕ ਹੈ। INR ਦੀ ਵੈਲਿਊ ਕਿੰਨੀ ਹੁੰਦੀ ਹੈ? ਇੰਟਰਨੈਸ਼ਨਲ ਨਾਰਮਲਾਈਜ਼ਡ ਰੇਸ਼ੋ ਦੀ 0.8 to 1.1। ਬਟ ਜਦੋਂ ਵਾਰਫਰਿਨ ਚੱਲਦਾ ਹੈ ਉਸਦੀ ਡੋਜ਼ ਦੇ ਅਕੋਰਡਿੰਗ ਆਪਾਂ ਰੇਂਜ ਰੱਖੀ ਹੁੰਦੀ ਹੈ, ਠੀਕ ਹੈ। ਜੇ ਸਟੈਂਡਰਡ ਡੋਜ਼ ਵਾਰਫਰਿਨ ਦੀ ਹੁੰਦੀ ਹੈ ਉਦੋਂ ਆਪਾਂ 2 to 3 ਜੋ INR ਹੈ ਉਸਨੂੰ ਨਾਰਮਲ ਰੇਂਜ ਚ ਮੰਨਦੇ ਆ, ਠੀਕ ਹੈ। ਜੇ ਹਾਈ ਡੋਜ਼ ਦੀ ਚੱਲ ਰਹੀ ਹੈ ਤਾਂ 3 to 4.5 ਨਾਰਮਲ ਰੇਂਜ ਮੰਨਦੇ ਆ। ਬਟ ਆਪਾਂ ਬਲੀਡਿੰਗ ਪ੍ਰੀਕਾਸ਼ਨਸ ਰੱਖਣੇ ਹੁੰਦੇ ਆ ਪੇਸ਼ੈਂਟ ਨੂੰ। ਸਿਮਿਲਰਲੀ ਇਸ ਦੇ ਨਾਲ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਹੈਪਰਿਨ ਬਾਰੇ, ਠੀਕ ਹੈ। ਜਦੋਂ ਪੇਸ਼ੈਂਟ ਨੂੰ ਹੈਪਰਿਨ ਚੱਲਦੀ ਉਦੋਂ ਆਪਾਂ APTT ਲੈਵਲ ਦੇਖਦੇ ਆ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋਇਆ? ਆਪਸ਼ਨ D ਡਰਾ ਅ ਸੈਂਪਲ ਫॉर ਪ੍ਰੋਥਰੋਮਬਿਨ ਟਾਈਮ ਐਂਡ ਇੰਟਰਨੈਸ਼ਨਲ ਨਾਰਮਲਾਈਜ਼ਡ ਰੇਸ਼ੋ, ਠੀਕ ਹੈ। ਇਸ ਵਿੱਚ ਇੱਕ ਹੋਰ ਕੁਐਸਚਨ ਬਣਦਾ ਹੈ, ਕਈ ਵਾਰ ਐਗਜ਼ਾਮੀਨਰ ਤੁਹਾਨੂੰ ਵਾਰਫਰਿਨ ਦਾ ਐਂਟੀਡੋਟ ਵੀ ਪੁੱਛ ਲੈਂਦਾ ਹੈ। ਸੋ ਵਾਰਫਰਿਨ ਦਾ ਐਂਟੀਡੋਟ ਹੈ ਵਿਟਾਮਿਨ K,
K। सो ये तुसी नोट डाउन कर लो, बहुत बार एग्जाम विच पूछा गया है। वारफरिन दा एंटीडोट है विटामिन K, ठीक है। ते सिमिलरली हेपरिन दा एंटीडोट की है प्रोटामिन सल्फेट। हेपरिन च ਅਸੀਂ APTT देखते हैं, वारफरिन च ਆਪਾਂ PT ਤੇ INR। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। The nurse determines that the client is having transfusion reaction. After the nurse stop the transfusion, which action should be taken next? Option A, remove the IV line. Option B, run a solution of 5% dextrose in water. Option C, run a normal saline at keep vein open rate. Option D, obtain a culture of tip of the catheter device to remove from the client. क्वेश्चन विच की इन्फॉर्मेशन है कि पेशेंट ਨੂੰ ट्रांसफ्यूजन रिएक्शन होया है, जो नर्स है उसने जो ब्लड है उसਨੂੰ स्टॉप कर दिता है ਤੇ नेक्स्ट एक्शन की लेगी। सो नेक्स्ट एक्शन की है ऑप्शन सी, रन द नॉर्मल सलाइन एट एन ओपन रेट। ਆਪਾਂ ਇਹ ਕਿਉਂ ਕਰਦੇ ਆ ਤਾਂ ਕਿ ਜੋ ਵੇਨ ਹੈ ਉਸਨੂੰ ਆਪਾਂ ਓਪਨ ਰੱਖ ਸਕੀਏ ਤੇ ਪੇਟੈਂਟ ਰੱਖ ਸਕੀਏ ਕੈਨਲੇ ਨੂੰ, ਕਿਉਂਕਿ ਜਦੋਂ ਵੀ ਰਿਐਕਸ਼ਨ ਹੁੰਦਾ ਤਾਂ ਆਪਾਂ ਤਾਂ ਜੋ ਐਮਰਜੈਂਸੀ ਮੈਡੀਸਿਨ ਉਸ ਕੈਨਲੇ ਦੇ ਥਰੂ ਦਿੱਤੀ ਜਾ ਸਕੇ, ਠੀਕ ਹੈ। ਸੋ ਸਾਡਾ ਰਾਈਟ ਆਨਸਰ ਸੀਗਾ ਆਪਸ਼ਨ ਸੀ। ਸਾਡਾ ਬੀ ਆਪਸ਼ਨ ਕਿਉਂ ਨਹੀਂ ਹੈ? ਕਿਉਂਕਿ ਜਦੋਂ ਵੀ ट्रांसफ्यूजन रिएक्शन ਹੁੰਦਾ ਹੈ ਉਦੋਂ ਆਪਾਂ ਨਾਰਮਲ ਸਲਾਈਨ ਦੇਣਾ ਹੁੰਦਾ ਹੈ, ਠੀਕ ਹੈ। ਆਈਸੋਟੋਨਿਕ ਫਲੂਇਡ ਹੈ ਨਾਰਮਲ ਸਲਾਈਨ। ਤੇ ਇਸ ਵਿੱਚ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਅਗਰ ਕਿਸੇ ਪੇਸ਼ੈਂਟ ਦਾ ਬਲੱਡ ਟ੍ਰਾਂਸਫਿਊਜ਼ਨ ਹੋ ਰਿਹਾ ਹੈ ਤੇ ਆਪਾਂ ਕੈਨਲੇ ਨੂੰ ਵਿੱਚ ਨੂੰ ਆਪਾਂ ਨੂੰ ਕੈਨਲਾ ਫਲਸ਼ ਕਰਨ ਦੀ ਲੋੜ ਪੈਂਦੀ ਹੈ ਤਾਂ ਆਪਾਂ ਕਿਹੜਾ ਸੋਲੂਸ਼ਨ ਯੂਜ਼ ਕਰਦੇ ਹਾਂ? ਉਦੋਂ ਵੀ ਆਪਾਂ ਸਿਰਫ ਨਾਰਮਲ ਸਲਾਈਨ ਸੋਲੂਸ਼ਨ ਯੂਜ਼ ਕਰ ਸਕਦੇ ਹਾਂ। ਸੋ ਰਾਈਟ ਆਨਸਰ ਇਜ਼ ਆਪਸ਼ਨ ਸੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। 1 ਟੀਸਪੂਨ ਇਜ਼ ਮੇਜ਼ਰਡ ਐਜ਼ option A 5 ml, option B 10 ml, option C 2.5 ml, option D 1 ml। ਸੋ ਕੀ ਹੈ ਕੁਐਸਚਨ ਚ ਇੱਕ ਟੀਸਪੂਨ ਚ ਕਿੰਨੇ ml ਹੁੰਦੇ ਨੇ? ਸੋ 1 ਟੀਸਪੂਨ ਇਜ਼ ਇਕੁਅਲ ਟੂ 5 ml। ਸੋ ਸਾਡੀ ਕਿਹੜੀ ਆਪਸ਼ਨ ਰਾਈਟ ਹੈ? ਆਪਸ਼ਨ A। ਤੇ ਕਈ ਵਾਰ ਐਗਜ਼ਾਮੀਨਰ ਤੁਹਾਨੂੰ ਟੇਬਲ ਸਪੂਨ ਵੀ ਪੁੱਛ ਲੈਂਦਾ ਹੈ, ਇੱਕ ਟੇਬਲ ਸਪੂਨ ਚ ਕਿੰਨੇ ml ਹੁੰਦੇ ਨੇ? 15 ml। ਸੋ ਇਸ ਕੁਐਸਚਨ ਦਾ ਰਾਈਟ ਆਨਸਰ 5 ml ਹੈ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਐਕਸਪੈਕਟਡ weight gain in term pregnancy during third trimester is option A 1 kg, option B 2 kg, option C 3 kg, option D 5 kg। ਕੁਐਸਚਨ ਵਿੱਚ ਕੀ ਪੁੱਛਿਆ ਗਿਆ ਹੈ ਕਿ ਥਰਡ ਟ੍ਰਾਈਮੈਸਟਰ ਵਿੱਚ ਜੋ ਨਾਰਮਲ ਟਰਮ ਪ੍ਰੈਗਨੈਂਸੀ ਹੈ ਉਸ ਵਿੱਚ ਕਿੰਨਾ weight gain ਹੁੰਦਾ ਹੈ। ਸੋ ਸਾਨੂੰ ਸਾਰਿਆਂ ਨੂੰ ਪਤਾ ਹੈ ਟੋਟਲ weight gain ਕਿੰਨਾ ਹੁੰਦਾ ਹੈ। ਕਈ ਵਾਰ ਐਗਜ਼ਾਮੀਨਰ ਤੁਹਾਨੂੰ ਇਹ ਵੀ ਪੁੱਛ ਲੈਂਦਾ ਟੋਟਲ weight gain ਪ੍ਰੈਗਨੈਂਸੀ ਚ ਕਿੰਨਾ ਹੁੰਦਾ ਹੈ? 11 to 16 kg ਹੁੰਦਾ ਹੈ, ਠੀਕ ਹੈ। ਜੋ ਐਵਰੇਜ ਹੈ 11 to 12 kg। ਜੋ ਫਰਸਟ ਟ੍ਰਾਈਮੈਸਟਰ ਹੈ ਉਸ ਵਿੱਚ ਕਿੰਨਾ weight increase ਹੁੰਦਾ ਹੈ? 1 kg, ਠੀਕ ਹੈ। ਜੋ ਸੈਕੰਡ ਟ੍ਰਾਈਮੈਸਟਰ ਹੈ ਉਸ ਵਿੱਚ 5 kg ਤੇ ਜੋ ਨੈਕਸਟ ਥਰਡ ਟ੍ਰਾਈਮੈਸਟਰ ਹੈ ਉਸ ਵਿੱਚ 5 kg। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋਇਆ? ਆਪਸ਼ਨ D 5 kg। ਥਰਡ ਟ੍ਰਾਈਮੈਸਟਰ ਵਿੱਚ weight gain ਕਿੰਨਾ ਹੁੰਦਾ ਹੈ? 5 kg। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਇਨ ਪਿਕਲ ਐਗਜ਼ਾਮੀਨੇਸ਼ਨ L stand for option A liver enzyme, option B lower platelet count, option C lymphadenopathy, option D level of consciousness। ਸੋ ਪਿਕਲ ਐਗਜ਼ਾਮੀਨੇਸ਼ਨ ਬਾਰੇ ਪੁੱਛਿਆ ਗਿਆ ਹੈ। ਇਸ ਵਿੱਚ L ਕੀ ਡਿਨੋਟ ਕਰਦਾ ਹੈ? ਪਿਕਲ ਐਗਜ਼ਾਮੀਨੇਸ਼ਨ ਕੀ ਹੁੰਦੀ ਹੈ? ਪਿਕਲ ਐਗਜ਼ਾਮੀਨੇਸ਼ਨ ਆਪਾਂ ਕਈ ਵਾਰ ਜਨਰਲ ਫਿਜ਼ੀਕਲ ਐਗਜ਼ਾਮੀਨੇਸ਼ਨ ਲਈ ਯੂਜ਼ ਕਰਦੇ ਹਾਂ, ਜਿਸ ਵਿੱਚ P ਕਾਦੇ ਲਈ ਹੁੰਦਾ ਹੈ? P stand for paler and I stand for icterus, C stand for cyanosis and next C stand for clubbing, L stand for lymphadenopathy and E stand for edema। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ? ਆਪਸ਼ਨ ਸੀ lymphadenopathy, ਠੀਕ ਹੈ। ਇਸ ਨੂੰ ਆਪਾਂ ਥੋੜਾ ਜਿਹਾ ਡਿਸਕਸ ਕਰਦੇ ਹਾਂ। ਪਿਕਲ ਵਿੱਚ ਜੋ ਪੇਲਰ ਹੈ, ਪੇਲਰ ਕਦੋਂ ਹੋਏਗਾ ਪੇਸ਼ੈਂਟ ਨੂੰ? ਜਦੋਂ ਕਿ ਅਨੀਮੀਆ ਹੋਏਗਾ ਜਾਂ ਲੁਕੀਮੀਆ ਹੈ ਜਾਂ ਕੋਈ ਹਾਰਟ ਡਿਜ਼ੀਜ਼ ਹੈ ਜਾਂ ਸਲੀਪ ਡੈਪਰੀਵੇਸ਼ਨ ਹੈ ਜਾਂ ਫਟੀਗ ਸਟ੍ਰੈਸ, ਠੀਕ ਹੈ, ਉਸ ਪੇਸ਼ੈਂਟ ਨੂੰ ਪੇਲਰ ਹੋ ਸਕਦਾ ਹੈ। ਇਕਟਰਸ ਕੀ ਹੁੰਦਾ ਹੈ ਕਿ ਸਕਿਨ ਔਰ ਜੋ ਮਿਊਕਸ ਮੈਮਬ੍ਰੇਨ ਜਾਂ ਸਕਲੇਰਾ ਹੈ ਉਹਦੀ ਡਿਸਕਲਰੇਸ਼ਨ ਹੋ ਜਾਂਦੀ ਹੈ। ਇਹ ਕਿਉਂ ਹੁੰਦੀ ਹੈ? ਕਿਉਂਕਿ ਜੋ ਬਿਲੀਰੂਬਿਨ ਲੈਵਲ ਹੈ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਹੁੰਦਾ ਹੈ। ਇਹ ਕਿਹੜੀ ਕੰਡੀਸ਼ਨ ਚ ਹੋ ਸਕਦਾ ਹੈ? ਗੋਲ ਸਟੋਨ ਚ ਹੋ ਸਕਦਾ ਹੈ, ਮੈਲੀਗਨੈਂਸੀ ਚ ਹੋ ਸਕਦਾ ਹੈ, ਜੌਂਡਿਸ ਚ ਹੋ ਸਕਦਾ ਹੈ। ਨੈਕਸਟ ਕੀ ਹੈ? ਸੀ ਸਾइनोसिस। ਸਾइनोसिस ਕੀ ਹੈ? ਬਲੂਇਸ਼ ਡਿਸਕਲਰੇਸ਼ਨ ਆਫ ਮਿਕੋਜ਼ਾ ਔਰ ਸਕਿਨ, ਠੀਕ ਹੈ। ਇਹ ਸਾਨੂੰ ਕੀ ਦੱਸਦਾ ਹੈ? ਕਾਰਡਿਕ ਜਾਂ ਪਲਮਨਰੀ ਡਿਜ਼ੀਜ਼ ਹੈ ਪੇਸ਼ੈਂਟ ਨੂੰ ਜਾਂ ਫਿਰ ਅਨੀਮੀਆ ਹੈ ਜਦੋਂ ਲੈਸ ਦੈਨ 4 ਗ੍ਰਾਮ ਹੁੰਦਾ ਹੈ ਪੇਸ਼ੈਂਟ ਦਾ ਬਲੱਡ, ਠੀਕ ਹੈ। ਨੈਕਸਟ ਕੀ ਹੈ? ਕਲਬਿੰਗ। ਕਲਬਿੰਗ ਚ ਕੀ ਹੁੰਦਾ ਹੈ ਕਿ ਜੋ ਪੇਸ਼ੈਂਟ ਦੀਆਂ ਡਿਸਟਲ ਪੋਰਸ਼ਨ ਹੈ ਫਿੰਗਰਸ ਦਾ, ਉੱਥੇ ਕੀ ਹੁੰਦਾ ਹੈ ਕਿ ਵੋਲਬਲਸ ਐਕਸਪੈਂਸ਼ਨ ਹੋ ਜਾਂਦੀ ਹੈ, ਠੀਕ ਹੈ। ਇਹ ਕਿਉਂ ਹੁੰਦੀ ਹੈ? ਉੱਥੇ ਐਕਸੈਸਿਵ ਕਨੈਕਟਿਵ ਟਿਸ਼ੂ ਗਰੋਥ ਹੋ ਜਾਂਦੀ ਹੈ, ਠੀਕ ਹੈ। ਤੇ ਇਸ ਦੀ ਜਿਵੇਂ ਕਿ ਤੁਹਾਨੂੰ ਫਿਗਰ ਵਿੱਚ ਦਿਖਾਇਆ ਗਿਆ ਹੈ ਕਲਬਿੰਗ ਆਫ ਫਿੰਗਰ। ਤੇ ਇਹ ਕੀ ਸ਼ੋ ਕਰਦੀ ਹੈ? ਕਦੋਂ ਹੁੰਦੀ ਹੈ? ਇਹ ਇੰਡੀਕੇਟ ਕਰਦੀ ਹੈ ਕਿ ਪੇਸ਼ੈਂਟ ਨੂੰ ਪਰਸਿਸਟੈਂਟ ਲੋ ਆਕਸੀਜਨ ਲੈਵਲ ਰਿਹਾ ਹੈ, ਠੀਕ ਹੈ। ਜਿਵੇਂ CHD ਹੋ ਗਈ, ਕੰਜੈਨਿਟਲ ਹਾਰਟ ਡਿਜ਼ੀਜ਼ ਹੋ ਗਈ ਜਾਂ ਫਿਰ ਸਿਸਟਿਕ ਫਾਈਬਰੋਸਿਸ, ਉਹਨਾਂ ਪੇਸ਼ੈਂਟ ਵਿੱਚ ਹੁੰਦੀ ਹੈ ਕਲਬਿੰਗ। ਨੈਕਸਟ ਕੀ ਹੈ? L ਲਿੰਫੈਡੇਨੋਪੈਥੀ। ਲਿੰਫੈਡੇਨੋਪੈਥੀ ਮਤਲਬ ਕਿ ਇਨਲਾਰਜ ਲਿੰਫ ਨੋਡ ਹੁੰਦੀਆਂ ਨੇ। ਕਦੋਂ ਹੁੰਦੀਆਂ ਨੇ? TB ਜਾਂ HIV ਜਾਂ ਫਿਰ ਕੋਈ ਬੋਡੀ 'ਚ ਇਨਫੈਕਸ਼ਨ ਹੋਇਆ ਹੋਏ। ਤੇ ਨੈਕਸਟ E ਹੈ। E ਕੀ? ਐਡੀਮਾ। ਐਡੀਮਾ ਮੀਨਸ ਕੀ? ਕਲੈਕਸ਼ਨ ਆਫ ਫਲੂਇਡ ਇਨ ਦਾ ਇੰਟਰਸਟੀਸ਼ੀਅਲ ਸਪੇਸਿਸ। ਸੋ ਇੰਟਰਸਟੀਸ਼ੀਅਲ ਸਪੇਸਿਸ ਕਿਹੜੀ ਹੁੰਦੀ ਹੈ? ਜਿਹੜੀ ਕਿ 2 ਸੈੱਲ ਦੇ ਵਿੱਚ ਸਪੇਸ ਹੁੰਦੀ ਹੈ, ਠੀਕ ਹੈ, ਉਦੋਂ ਆਪਾਂ ਨੂੰ ਐਡੀਮਾ ਹੁੰਦਾ ਹੈ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਸੀਗਾ? ਲਿੰਫੈਡੇਨੋਪੈਥੀ। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਦੀ ਤਰਫ। ਟੈਬ ਵੈਕਸੀਨ ਗਿਵਨ ਅਗੇਂਸਟ ਆਪਸ਼ਨ A ਮੈਨਿਨਜਾਈਟਿਸ, ਆਪਸ਼ਨ B ਇਨਫਲੂਐਂਜ਼ਾ, ਆਪਸ਼ਨ C ਕੋਲਰਾ, ਆਪਸ਼ਨ D ਟਾਈਫਾਇਡ। ਸੋ ਟੈਬ ਵੈਕਸੀਨ ਕੀ ਹੈ? ਟੈਬ
ਵੈਕਸੀਨ ਆਪਾਂ ਟਾਈਫਾਇਡ ਵਿੱਚ ਦਿੰਦੇ ਆ। ਸਾਡੀ ਡੀ ਆਪਸ਼ਨ ਰਾਈਟ ਹੈ। ਟੈਬ ਵਿੱਚ ਕੀ ਹੁੰਦਾ ਹੈ? ਪੈਰਾਟਾਈਫਾਇਡ A ਐਂਡ B ਜੋ ਵੈਕਸੀਨ ਹੁੰਦੀ ਹੈ ਇਹਦਾ ਰੂਟ ਕੀ ਹੁੰਦਾ ਹੈ? ਇਹਦਾ ਰੂਟ ਹੁੰਦਾ ਹੈ IM। ਇਹ ਆਪਾਂ ਬੱਚਿਆਂ ਨੂੰ ਕਦੋਂ ਦਿੰਦੇ ਆ? ਜੋ 2 ਸਾਲ ਜਾਂ 2 ਸਾਲ ਤੋਂ ਵੱਡੇ ਬੱਚੇ ਹੋਣ। ਸੋ ਰਾਈਟ ਆਨਸਰ ਇਜ਼ ਆਪਸ਼ਨ D। ਹੁਣ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ। ਮੈਗੈਲੋਬਲਾਸਟਿਕ ਅਨੀਮੀਆ ਅਕਰ ਡਿਊ ਟੂ ਡੈਫੀਸ਼ੀਐਂਸੀ ਆਫ ਆਪਸ਼ਨ A B12, ਆਪਸ਼ਨ B ਫੋਲਿਕ ਐਸਿਡ, ਆਪਸ਼ਨ C ਆਇਰਨ ਡੈਫੀਸ਼ੀਐਂਸੀ, ਆਪਸ਼ਨ D ਪ੍ਰੋਟੀਨ। ਸੋ ਜੋ ਮੈਗੈਲੋਬਲਾਸਟਿਕ ਅਨੀਮੀਆ ਹੈ ਇਹ ਕਦੋਂ ਹੁੰਦਾ ਹੈ? ਮੈਗੈਲੋਬਲਾਸਟਿਕ ਅਨੀਮੀਆ ਚ ਕੀ ਹੁੰਦਾ ਹੈ ਕਿ ਜੋ RBCs ਹੈ ਉਹਨਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਹੈ, ਵੈਰੀ ਲਾਰਜ RBCs ਹੁੰਦੇ ਨੇ, ਠੀਕ ਹੈ। ਇਹ ਕਦੋਂ ਹੁੰਦਾ ਹੈ? ਵਿਟਾਮਿਨ B12 ਦੀ ਡੈਫੀਸ਼ੀਐਂਸੀ ਨਾਲ। ਸੋ B12 ਦਾ ਅਦਰ ਨੇਮ ਕੀ ਹੈ? ਕੋਬੈਲਾਮਿਨ। B12 ਦੀ ਡੈਫੀਸ਼ੀਐਂਸੀ ਨਾਲ, ਕੋਬੈਲਾਮਿਨ ਦੀ ਡੈਫੀਸ਼ੀਐਂਸੀ ਨਾਲ ਮੈਗੈਲੋਬਲਾਸਟਿਕ ਅਨੀਮੀਆ ਹੋ ਸਕਦਾ ਹੈ। ਇਹ ਕਿਹੜੇ ਪੇਸ਼ੈਂਟ ਮੋਸਟ ਰਿਸਕ ਤੇ ਹੁੰਦੇ ਨੇ? ਜਿਹੜੇ ਵੈਜੀਟੇਰੀਅਨ ਹੁੰਦੇ ਨੇ, ਠੀਕ ਹੈ। ਜੋ ਵੈਜੀਟੇਰੀਅਨ ਡਾਈਟ ਹੈ ਉਹ ਡੈਫੀਸ਼ੀਐਂਟ ਹੁੰਦੀ ਹੈ B12 ਲਈ। ਸੋ ਆਪਾਂ ਨੂੰ B12 ਰਿਪਲੇਸਮੈਂਟ ਕਰਨੀ ਪੈਂਦੀ ਹੈ। ਨੈਕਸਟ ਕੁਐਸਚਨ ਕੀ ਹੈ? ਫਿਜ਼ੀਓਲੋਜੀਕਲ ਅਨੀਮੀਆ ਡਿਊਰਿੰਗ ਪ੍ਰੈਗਨੈਂਸੀ ਇਜ਼ ਅ ਰਿਜ਼ਲਟ ਆਫ ਆਪਸ਼ਨ A increased blood volume of mother, option B decreased intake of iron, option C decreased erythropoietin after first trimester, option D increased detoxification of iron by maternal liver। ਫਿਜ਼ੀਓਲੋਜੀਕਲ ਅਨੀਮੀਆ ਕਿਉਂ ਹੁੰਦਾ ਹੈ ਪ੍ਰੈਗਨੈਂਸੀ? ਆਪਾਂ ਨੂੰ ਪਤਾ ਹੈ ਦੋ ਤਰ੍ਹਾਂ ਦਾ ਅਨੀਮੀਆ ਹੁੰਦਾ ਹੈ, ਇੱਕ ਫਿਜ਼ੀਓਲੋਜੀਕਲ, ਇੱਕ ਪੈਥੋਲੋਜੀਕਲ। ਪੈਥੋਲੋਜੀਕਲ ਮਤਲਬ ਕੋਈ ਡਿਜ਼ੀਜ਼ ਕੰਡੀਸ਼ਨ ਦੇ ਕਾਰਨ, ਫਿਜ਼ੀਓਲੋਜੀਕਲ ਮਤਲਬ ਕਿ ਜੋ ਪ੍ਰੈਗਨੈਂਸੀ ਚ ਚੇਂਜਸ ਆਉਂਦੇ ਨੇ। ਸੋ ਇਹ ਕਿਉਂ ਹੁੰਦਾ ਹੈ ਪ੍ਰੈਗਨੈਂਸੀ ਚ? ਫਿਜ਼ੀਓਲੋਜੀਕਲ ਅਨੀਮੀਆ ਆਪਸ਼ਨ A increased blood volume of mother। ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਬਲੱਡ ਵੋਲਿਊਮ ਇਨਕਰੀਜ਼ ਹੋ ਜਾਂਦੀ ਹੈ, ਅਪਰੋਕਸੀਮੇਟਲੀ ਡਬਲ ਹੋ ਜਾਂਦੀ ਹੈ। ਬਲੱਡ ਵੋਲਿਊਮ ਕਿਉਂ ਇਨਕਰੀਜ਼ ਹੁੰਦੀ ਹੈ? ਡਿਊ ਟੂ ਇਨਕਰੀਜ਼ ਇਨ ਪਲਾਜ਼ਮਾ ਵੋਲਿਊਮ। ਸੋ ਜਦੋਂ ਪਲਾਜ਼ਮਾ ਵੋਲਿਊਮ ਇਨਕਰੀਜ਼ ਹੋ ਜਾਏਗੀ ਬਲੱਡ ਦੀ ਡਾਇਲੂਸ਼ਨ ਹੋ ਜਾਂਦੀ ਹੈ, ਜਿਸ ਦੇ ਕਰਕੇ ਫਿਜ਼ੀਓਲੋਜੀਕਲ ਅਨੀਮੀਆ ਹੁੰਦਾ ਹੈ। ਸੋ ਸਾਡੀ A ਆਪਸ਼ਨ ਇਜ਼ ਰਾਈਟ ਆਨਸਰ, ਇਨਕਰੀਜ਼ ਇਨ ਬਲੱਡ ਵੋਲਿਊਮ ਆਫ ਮਦਰ। ਸੋ ਇਹ ਸੀ ਅੱਜ ਦੇ ਕੁਐਸਚਨ ਜਿਹੜੇ ਕਿ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਨੇ। ਆਈ ਹੋਪ ਤੁਹਾਨੂੰ ਸਾਰੇ ਟੌਪਿਕ ਸਮਝ ਆ ਗਏ ਹੋਣਗੇ। ਹੁਣ ਮਿਲਦੇ ਆਪਾਂ ਨੈਕਸਟ ਇਨਫੋਰਮੇਟਿਵ ਵੀਡੀਓ ਵਿੱਚ। ਤਦ ਤੱਕ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਥੈਂਕ ਯੂ।